ਹੈਲੋ ਸਟੂਡੈਂਟਸ, ਹਾਊ ਆਰ ਯੂ। ਪੰਜਾਬ ਪੀਸੀਐਸ ਦੀ ਤਿਆਰੀ ਵਾਸਤੇ ਆਪਾਂ ਹੁਣ ਤੱਕ ਮੇਨਸ ਦੇ ਪੇਪਰ 5 ਤੱਕ ਡਿਸਕਸ ਕਰ ਚੁੱਕੇ ਹਾਂ। ਠੀਕ ਹੈ, ਪੋਲਿਟਿਕਸ ਵਾਲਾ ਪੋਰਸ਼ਨ ਆਪਾਂ ਕੱਲ ਕਰ ਲਿਆ ਸੀ। ਪੇਪਰ 5 ਤੱਕ ਆਪਾਂ ਜੋ ਸਿਲੇਬਸ ਹੈ ਆਪਾਂ ਡਿਸਕਸ ਆਲਰੇਡੀ ਕਰ ਚੁੱਕੇ ਹਾਂ। ਅੱਜ ਮੈਂ ਤੁਹਾਨੂੰ ਪੇਪਰ 6 ਮੇਨਸ ਐਗਜ਼ਾਮ ਦਾ ਪੀਸੀਐਸ ਮੇਨਸ ਐਗਜ਼ਾਮ ਦਾ ਪੇਪਰ 6 ਦੈਟ ਇਜ਼ ਜਨਰਲ ਸਟੱਡੀਜ਼ 3 ਬਾਰੇ ਦੱਸਾਂਗਾ। तो जनरल स्टडीज 3 ਜਿਹੜਾ ਹੈ ਇਹ ਇਕਨੋਮਿਕਸ, ਸਟੈਟਿਸਟਿਕਸ ਤੇ ਸਿਕਿਉਰਿਟੀ ਇਸ਼ੂਜ਼ ਬਾਰੇ ਹੈ। ਇਹਦੇ 3 ਸੈਕਸ਼ਨਸ ਹੋਣਗੇ। ਸੈਕਸ਼ਨ 1 ਵਿੱਚ ਹੈ ਇੰਡੀਅਨ ਇਕਨੋਮੀ ਐਂਡ ਪੰਜਾਬ ਦੀ ਇਕਨੋਮੀ, ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚ ਸੈਕਸ਼ਨ 1 ਦੇ ਵਿੱਚ ਇੰਡੀਅਨ ਇਕਨੋਮੀ ਵਿੱਚ ਹੁਣ ਤੱਕ ਜੋ ਪਲੈਨਿੰਗ ਹੋਈ ਹੈ, ਦੇਸ਼ ਜਦੋਂ ਆਪਾਂ ਆਜ਼ਾਦ ਹੋਇਆ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਕਾਫੀ ਸਾਲ ਤੱਕ ਰਹੀ ਹੈ। 50 ਸਾਲ ਤੋਂ ਵੱਧ ਸਮਾਂ ਕਾਂਗਰਸ ਨੇ ਦੇਸ਼ ਦੇ ਵਿੱਚ ਰਾਜ ਕੀਤਾ ਤੇ ਉਸ ਸਮੇਂ ਪਲਾਨਸ ਹੁੰਦੇ ਸੀ 5 ईयर प्लान्स। ठीक है, तो लेकिन बीजेपी सरकार जो दी आई है 2014 ਦੇ ਵਿੱਚ, ਉਸ ਤੋਂ ਬਾਅਦ ਇਹ 5 ईयर्स प्लान ਦਾ ਜਿਹੜਾ ਸਿਸਟਮ ਹੈ ਉਹ ਖਤਮ ਹੋ ਗਿਆ। ਹੁਣ ਪਲੈਨਿੰਗ ਜਿਹੜਾ ਹੈ ਉਹ ਨੀਤੀ ਆਯੋਗ ਕਰਦਾ ਹੈ। ਦੇਖੋ ਨਾਮ ਚੇਂਜ ਹੋ ਗਿਆ, ਪਹਿਲਾਂ ਪਲੈਨਿੰਗ ਕਮਿਸ਼ਨ ਸੀ, ਹੁਣ ਨੀਤੀ ਆਯੋਗ ਹੈ। ਗੱਲ ਇੱਕੋ ਹੀ ਹੈ, ਕੰਮ ਇੱਕੋ ਹੀ ਹੈ। तो ਨੀਤੀ ਆਯੋਗ ਦਾ ਕੀ ਕੰਮ ਹੈ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਰੈਗੂਲਰ ਨਿਊਜ਼ਪੇਪਰਸ ਪੜ੍ਹੋਗੇ ਤੁਹਾਨੂੰ ਪਤਾ ਲੱਗੂ, ਬਾਕੀ ਮੈਂ ਤੁਹਾਨੂੰ ਦੱਸੂਗਾ। ਠੀਕ ਹੈ, ਰਿਸੋਰਸਿਸ ਨੂੰ ਮੋਬਿਲਾਈਜ਼ ਕਿਵੇਂ ਕਰਨਾ, ਲੋਕਾਂ ਦੀ ਪੋਵਰਟੀ ਨੂੰ ਕਿਵੇਂ ਐਲੀਵੇਟ ਕਰਨਾ, ਕੀ ਰਿਸੋਰਸਿਸ ਨੇ ਗਵਰਨਮੈਂਟ ਆਫ ਇੰਡੀਆ ਕੋਲੇ, ਗਵਰਨਮੈਂਟ ਆਫ ਪੰਜਾਬ ਕੋਲੇ। ਠੀਕ ਹੈ, ਆਪਾਂ ਇੰਪਲੋਇਮੈਂਟ ਕਿਵੇਂ ਵਧਾਉਣੀ ਹੈ, ਠੀਕ ਹੈ, ਬੇਰੁਜ਼ਗਾਰੀ ਕਿਵੇਂ ਘਟਾਉਣੀ ਹੈ, ਉਹਦੇ ਵਾਸਤੇ ਕਿਹੜੇ ਕਿਹੜੇ ਸਕੀਮਸ ਨੇ ਸਰਕਾਰਾਂ ਦੀਆਂ। ਠੀਕ ਹੈ, ਸਸਟੇਨੇਬਲ ਡਿਵੈਲਪਮੈਂਟ ਦਾ ਸ਼ਬਦ ਕੀ ਹੈ। ਠੀਕ ਹੈ, ਡਿਵੈਲਪਮੈਂਟ ਵੀ ਕਰਨੀ ਹੈ ਲੇਕਿਨ এনवायरमेंट ਵੀ ਨਹੀਂ ਖਰਾਬ ਕਰਨਾ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿੱਕਤ ਨਾ ਆਵੇ। ਆਪਾਂ ਓਨੇ ਕੁ ਰਿਸੋਰਸਿਸ ਯੂਜ਼ ਕਰੀਏ ਜਿੰਨੇ ਕਿ ਆਪਾਂ ਨੂੰ ਲੋੜ ਹੈ। ਐਨੇ ਰਿਸੋਰਸਿਸ ਨਾ ਯੂਜ਼ ਕਰ ਲਈਏ ਆਪਾਂ, ਨੈਚੁਰਲ ਰਿਸੋਰਸਿਸ ਜੋ ਵੀ ਹੈ, ਜੋ ਆਪਾਂ ਨੂੰ ਨੇਚਰ ਨੇ ਦਿੱਤੇ ਆ, ਚਾਹੇ ਧਰਤੀ ਦੇ ਥੱਲੋਂ ਆਪਾਂ ਕੱਢਦੇ ਆ ਜਾਂ ਹਵਾ ਪਾਣੀ ਜੋ ਵੀ ਹੈ, ਆਪਾਂ ਐਨੇ ਰਿਸੋਰਸਿਸ ਨਾ ਨੇਚਰ ਦੇ ਯੂਜ਼ ਕਰ ਲਈਏ ਕਿ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਨੂੰ ਕੋਈ ਰਿਸੋਰਸ ਉਹਨਾਂ ਲਈ ਬਚੇ ਹੀ ਨਾ, ਉਹਨਾਂ ਲਈ ਕੋਈ ਰਿਸੋਰਸ ਹੀ ਨਾ ਬਚੇ ਯੂਟਿਲਾਈਜ਼ ਕਰਨ ਵਾਸਤੇ। ਇਹਨੂੰ ਕਹਿੰਦੇ ਆ ਸਸਟੇਨੇਬਲ ਡਿਵੈਲਪਮੈਂਟ। ਡਿਵੈਲਪਮੈਂਟ ਤਾਂ ਕਰਨੀ ਹੈ ਲੇਕਿਨ ਸਸਟੇਨੇਬਲ ਕਰਨੀ ਹੈ। ਇਹ ਮੈਂ ਤੁਹਾਨੂੰ ਦੱਸੂਗਾ ਇਹਦਾ ਮਤਲਬ ਕੀ ਹੈ, ਤੁਹਾਨੂੰ ਬਰੀਫ 'ਚ ਮੈਂ ਦੱਸ ਚੁੱਕਿਆ। ਠੀਕ ਹੈ, ਇਨਕਲੂਸਿਵ ਗਰੋਥ ਬਾਰੇ ਪਤਾ ਹੋਣਾ ਚਾਹੀਦਾ। ਇਨਕਲੂਸਿਵ ਗਰੋਥ ਕੀ ਹੁੰਦੀ ਹੈ? ਸਾਰਿਆਂ ਨੂੰ ਨਾਲ ਲੈ ਕੇ, ਗਰੀਬਾਂ ਦੀ, ਅਮੀਰਾਂ ਦੀ ਔਰ ਜਿਹੜੇ ਮੱਧ ਵਰਗੀ ਜਿਹੜੇ ਲੋਕ ਨੇ, ਮਿਡਲ ਕਲਾਸ ਹੈ। ਮਿਡਲ ਕਲਾਸ ਵੀ 3 ਹਿੱਸੇ ਵਿੱਚ ਵੰਡੀ ਹੁੰਦੀ ਹੈ, ਲੋਅਰ ਮਿਡਲ ਕਲਾਸ, ਅਪਰ ਮਿਡਲ ਕਲਾਸ ਐਂਡ ਮਿਡਲ ਕਲਾਸ। ਠੀਕ ਹੈ, ਤੋਂ ਇਨਕਲੂਸਿਵ ਗਰੋਥ ਉਹ ਹੁੰਦੀ ਹੈ, ਅਸਲੀ ਡਿਵੈਲਪਮੈਂਟ ਦੇ ਕਿਸੇ ਦੇਸ਼ ਦੀ ਉਹ ਹੁੰਦੀ ਹੈ ਜਦੋਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦੇ ਆ। ਕੱਲੇ ਉੱਚ ਵਰਗੀ ਜਿਹੜੇ ਲੋਕ ਹੈ ਉਹਨਾਂ ਦੀ ਡਿਵੈਲਪਮੈਂਟ ਦੇਸ਼ ਦੀ ਡਿਵੈਲਪਮੈਂਟ ਨਹੀਂ ਹੁੰਦੀ। ਦੇਸ਼ ਦੀ ਡਿਵੈਲਪਮੈਂਟ ਸਹੀ ਮਾਇਨੇ ਵਿੱਚ ਉਦੋਂ ਹੁੰਦੀ ਹੈ ਜਦੋਂ ਮਿਡਲ ਕਲਾਸ, ਹਾਇਰ ਕਲਾਸ ਐਂਡ ਲੋਅਰ ਕਲਾਸ ਤਿੰਨਾਂ ਨੂੰ ਨਾਲ ਲੈ ਕੇ ਇਨਕਲੂਸਿਵ ਗਰੋਥ ਕਰੀਏ, ਆਪਾਂ ਸਭ ਨੂੰ ਨਾਲ ਲੈ ਕੇ ਚੱਲੀਏ। ਇਹ ਜਿਹੀ ਸਟ੍ਰੈਟਜੀ ਆਪਾਂ ਨੂੰ ਅਪਣਾਉਣੀ ਚਾਹੀਦੀ ਹੈ। ਤਾਂ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਕੀ ਇਹ ਜਿਹੀ ਸਟ੍ਰੈਟਜੀਜ਼ ਅਪਣਾ ਰਹੀਆਂ ਨੇ? ਕੀ ਸਟ੍ਰੈਟਜੀਜ਼ ਉਹਨਾਂ ਕੋਲ ਹੈਗੀਆਂ? ਕੋਈ ਪਾਲਿਸੀ ਹੈਗੀ ਹੈ? ਕੋਈ ਐਕਟ ਬਣਿਆ? ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਠੀਕ ਹੈ, ਇਹ ਸਾਰਾ ਜਿਹੜਾ ਹੈ ਕਰੰਟ ਅਫੇਅਰਸ ਦੇ ਵਿੱਚ ਹੀ ਆ ਜਾਣਾ ਸਾਰਾ ਕੁਝ। ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਕਰੰਟ ਅਫੇਅਰਸ ਦਾ ਪੋਰਸ਼ਨ ਬਹੁਤ ਇੰਪੋਰਟੈਂਟ ਹੈ। ਹੁਣ ਇਹ ਸਾਰੇ ਕੁਐਸਚਨਸ ਕਰੰਟ ਅਫੇਅਰ ਨਾਲ ਕਿਤੇ ਨਾ ਕਿਤੇ ਲਿੰਕਡ ਹੈ, ਸਮਝ ਆ ਗਈ? ਤਾਂ ਮੇਰੇ ਜਿਹੜਾ ਪਲਾਨ ਹੋਊਗਾ ਤੁਹਾਨੂੰ ਤਿਆਰੀ ਕਰਾਉਣ ਦਾ ਉਹ ਕਰੰਟ ਅਫੇਅਰ ਦੇ ਥਰੂ ਹੀ ਹੋਊਗਾ। ਮੇਰਾ ਮੇਨ ਫੋਕਸ ਕਰੰਟ ਅਫੇਅਰ ਨਾਲ ਹੋਊਗਾ। ਇਹ ਹਿਸਟਰੀ ਵਗੈਰਾ ਤਾਂ ਤੁਸੀਂ, ਜੀਓਗ੍ਰਾਫੀ ਵਗੈਰਾ ਤਾਂ ਤੁਸੀਂ ਆਪ ਵੀ ਕਰ ਲਓਗੇ, ਲੇਕਿਨ ਮੇਰਾ ਫੋਕਸ ਮੇਨ ਜਿਹੜਾ ਹੈ ਉਹ ਕਰੰਟ ਅਫੇਅਰਸ ਨਾਲ ਹੋਊਗਾ, ਕਿਉਂਕਿ 50% ਜਿਹੜਾ ਪੇਪਰ ਹੈ ਉਹ ਕਰੰਟ ਅਫੇਅਰਸ ਨਾਲ ਕਿਤੇ ਨਾ ਕਿਤੇ ਲਿੰਕਡ ਹੈ, ਲੇਟੈਸਟ ਡਿਵੈਲਪਮੈਂਟਸ ਨਾਲ ਕਿਤੇ ਨਾ ਕਿਤੇ ਲਿੰਕਡ ਹੈ। ਪਿਛਲੇ ਤੁਸੀਂ 10 ਸਾਲਾਂ ਦੇ ਪੇਪਰ ਚੱਕ ਲਓ, ਕਰੰਟ ਅਫੇਅਰਸ ਦਾ ਬਹੁਤ ਜ਼ਿਆਦਾ ਰੋਲ ਹੈ। ਤਾਂ ਯੂ ਸ਼ੁੱਡ ਬੀ ਵੈਰੀ ਗੁੱਡ ਇਨ ਦੈਟ। ਠੀਕ ਹੈ, ਓਵਰ ਗਵਰਨਮੈਂਟ ਦੇ ਜਿਹੜੇ ਬਜਟਸ ਨੇ, ਗਵਰਨਮੈਂਟ ਆਫ ਇੰਡੀਆ ਦੇ ਬਜਟਸ ਨੇ, ਹਰ ਸਾਲ ਬਜਟ ਬਣਦੇ। ਅੱਜ ਕੱਲ੍ਹ ਆਪਣੀ ਨਿਰਮਲਾ ਸੀਤਾਰਮਨ ਜੀ ਹੈਗੇ ਨੇ ਫਾਈਨਾਂਸ ਮਿਨਿਸਟਰ, 2019 ਦਾ ਬਜਟ ਉਹਨਾਂ ਨੇ ਕੱਢਿਆ ਸੀ। ਤਾਂ ਉਸ 2019 ਦਾ ਬਜਟ ਕੀ ਸੀ? ਠੀਕ ਹੈ, 2020 ਦਾ ਬਜਟ। ਠੀਕ ਹੈ, ਮੇਜਰ ਕ੍ਰੌਪਸ, ਇੰਡੀਆ ਦੀ ਮੇਜਰ ਕ੍ਰੌਪਸ ਕੀ ਨੇ, ਪੰਜਾਬ ਦੀਆਂ ਮੇਜਰ ਕ੍ਰੌਪਸ ਕੀ ਨੇ, ਮੈਨੂੰ ਦੱਸ ਚੁੱਕਿਆ। ਪ੍ਰੀਲਿਮਿਨਰੀ ਐਗਜ਼ਾਮ ਦੇ ਵਿੱਚ ਵੀ ਇਹੀ ਸੇਮ ਜਿਹੜਾ ਸਿਲੇਬਸ ਸੀ ਉਹਦੇ ਵਿੱਚ ਵੀ ਦੱਸਿਆ ਸੀ ਵੀਟ ਐਂਡ ਰਾਈਸ ਇਜ਼ ਦਾ ਮੇਜਰ ਕ੍ਰੌਪਸ ਆਫ ਪੰਜਾਬ। ਤੋਂ ਮੰਡੀਕਰਨ ਦੀ ਪ੍ਰੋਬਲਮ ਹੈ। ਮੰਡੀਕਰਨ ਨੂੰ ਕੀ ਕਹਿੰਦੇ? ਮਾਰਕੀਟਿੰਗ ਮੰਡੀਕਰਨ ਦੀ ਪ੍ਰੋਬਲਮ ਕਿਉਂ ਹੈ ਇਹਦੇ ਬਾਰੇ ਪਤਾ ਹੋਣਾ ਚਾਹੀਦਾ। ਕ੍ਰੌਪਿੰਗ ਪੈਟਰਨਸ ਕੀ ਨੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਵੇਰੀਅਸ ਪਾਰਟਸ ਆਫ ਦਾ ਕੰਟਰੀ, ਇਕੱਲੇ ਪੰਜਾਬ ਨਹੀਂ, ਇੰਡੀਆ ਦੇ ਵਿੱਚ ਕ੍ਰੌਪਿੰਗ ਪੈਟਰਨਸ ਕੀ ਨੇ? ਸਮਰ ਵਿੱਚ ਕਿਹੜੀ ਕ੍ਰੌਪ ਹੁੰਦੀ ਹੈ, ਵਿੰਟਰ ਵਿੱਚ ਕਿਹੜੀ ਕ੍ਰੌਪ ਹੁੰਦੀ ਹੈ, ਸਪਰਿੰਗ ਸੀਜ਼ਨ ਵਿੱਚ ਕਿਹੜੀ ਕ੍ਰੌਪ ਹੁੰਦੀ ਹੈ, ਇਸ ਬਾਰੇ ਪਤਾ ਹੋਣਾ ਚਾਹੀਦਾ। ਸਪੈਸ਼ਲੀ ਪੰਜਾਬ ਬਾਰੇ। ਪੰਜਾਬ ਵਿੱਚ ਇਰੀਗੇਸ਼ਨ ਸਿਸਟਮ ਕੀ ਹੈ? ਕੈਨਾਲ ਇਰੀਗੇਸ਼ਨ ਹੈ ਕਿ ਵੈਲ ਥਰੂ ਹੁੰਦੀ ਹੈ? ਠੀਕ ਹੈ, ਤੋਂ ਬੋਰ ਕਰਦੇ ਆ ਆਪਣੇ ਕਿਸਾਨ, ਆਪਣੀ ਜ਼ਮੀਨ 'ਚ ਬੋਰ ਹੋ ਰਿਹਾ। ਠੀਕ ਹੈ, ਤੋਂ ਕਿੰਨੇ ਕਿਸਾਨਾਂ ਕੋਲ ਜਿਹੜੇ ਹੈ ਟਿਊਬਵੈਲ ਨੇ? ਠੀਕ ਹੈ, ਕਿਉਂਕਿ ਕੈਨਾਲ ਇਰੀਗੇਸ਼ਨ ਹੈ ਲੇਕਿਨ ਆਪਣਾ ਜਿਹੜਾ ਪਾਣੀ ਹੈ ਦੂਸਰੇ ਸਟੇਟਸ ਨੂੰ ਵੀ ਜਾ ਰਿਹਾ। ਹੁਣ SYL ਦਾ ਜਿਹੜਾ ਮੁੱਦਾ ਬਹੁਤ ਗਰਮਾਇਆ ਹੋਇਆ ਹੈ। ਆਪਣਾ ਪੰਜਾਬ ਸਟੇਟ ਕਹਿੰਦਾ ਸਾਡਾ ਪਾਣੀ ਹੈ, ਅਸੀਂ ਰਾਈਪਾਰੀਅਨ ਸਟੇਟਸ ਹੈ,
ਸਾਡਾ ਹੱਕ ਪਹਿਲਾਂ ਬਣਦਾ ਹੈ। ਰਾਈਪਾਰੀਅਨ ਸਟੇਟਸ ਕੀ ਹੁੰਦਾ ਹੈ, ਜਿਹੜੇ ਸਟੇਟ ਦੇ ਕੋਲੋਂ ਪਹਿਲਾਂ ਪਾਣੀ ਲੰਘਦਾ ਹੈ, ਮੇਨ ਸੋਰਸ ਤੋਂ ਜੋ ਪਾਣੀ ਲੰਘਦਾ ਹੈ, ਰਿਵਰ ਲੰਘਦਾ ਹੈ, ਜਿਹੜਾ ਸਟੇਟ ਪਹਿਲਾਂ ਆਉਂਦਾ ਹੈ ਉਹਦੇ ਰਸਤੇ ਵਿੱਚ, ਉਹ ਰਾਈਪਾਰੀਅਨ ਸਟੇਟ ਹੈ। ਤਾਂ ਪੰਜਾਬ ਕਹਿੰਦਾ ਅਸੀਂ ਰਾਈਪਾਰੀਅਨ ਸਟੇਟ ਆ, ਜਿਹੜਾ ਪਾਣੀ ਹੈ ਸਤਲੁਜ ਯਮੁਨਾ ਲਿੰਕ ਦਾ, ਉਹ ਪਾਣੀ ਤੇ ਸਾਡਾ ਹੱਕ ਜ਼ਿਆਦਾ ਬਣਦਾ ਹੈ ਬਜਾਏ ਕਿ ਰਾਜਸਥਾਨ ਤੇ ਹਰਿਆਣਾ ਦਾ। ਲੇਕਿਨ ਗਵਰਨਮੈਂਟ ਆਫ ਇੰਡੀਆ, ਕਿਉਂਕਿ ਫੈਡਰਲ ਸਟਰਕਚਰ ਹੈ, ਯੂਨਿਟੀ ਸਿਸਟਮ ਵੀ ਹੈਗਾ, ਗਵਰਨਮੈਂਟ ਆਫ ਇੰਡੀਆ ਨੇ ਸਾਰੇ ਸਟੇਟਸ ਦੇ ਵੀ ਦੇਖਣੀ ਹੈ। ਆਪਾਂ ਤਾਂ SY ਨਾਲ ਆਪਾਂ ਤਾਂ ਆਪਦੇ ਬਾਰੇ ਗੱਲ ਕਰਨੀ ਹੈ, ਲੇਕਿਨ ਗਵਰਨਮੈਂਟ ਆਫ ਇੰਡੀਆ ਨੇ ਸਾਰੇ ਸਟੇਟਸ ਦੀ ਦੇਖਣੀ ਹੈ। ਤਾਂ ਇਹ ਜਿਹੜੇ ਮੁੱਦੇ ਬਹੁਤ ਜ਼ਿਆਦਾ, ਇਹ ਇੰਟਰ ਸਟੇਟ ਜਿਹੜੇ ਰਿਵਰ ਡਿਸਪਿਊਟਸ ਹੁੰਦੇ ਆ, ਇਹਦੇ ਵਾਸਤੇ ਸਪੈਸ਼ਲ ਟ੍ਰਿਬਿਊਨਲ ਬਣੇ ਹੁੰਦੇ ਆ। ਇਹ ਕੋਰਟਾਂ 'ਚ ਨਹੀਂ ਹੱਲ ਹੁੰਦੇ, ਇਹ ਸਪੈਸ਼ਲ ਟ੍ਰਿਬਿਊਨਲਸ ਬਣੇ ਹੁੰਦੇ ਆ। ਉਹਦੇ ਵਿੱਚ ਅੱਡ-ਅੱਡ ਸਟੇਟਾਂ ਦੇ ਚੀਫ ਮਿਨਿਸਟਰ ਜਾਂਦੇ ਨੇ ਔਰ ਇਹ ਮਸਲੇ ਹੱਲ ਹੁੰਦੇ ਆ। ਆਪਣਾ SYL ਕਨਾਲ ਦਾ ਜਿਹੜਾ ਮੁੱਦਾ ਹੁਣ ਤੱਕ ਸੁਪਰੀਮ ਕੋਰਟ 'ਚ ਪੈਂਡਿੰਗ ਪਿਆ, ਦੇਖੋ ਸੁਪਰੀਮ ਕੋਰਟ ਇਹਦੇ ਬਾਰੇ ਕੀ ਜਿਹੜਾ ਹੈ ਜਜਮੈਂਟ ਦਿੰਦੀ ਹੈ। तो कैनाल इरीगेशन होगी, इरीगेशन थ्रू द वेल्स हो गया, ग्राउंड वाटर थ्रू हो गया। तो अपना पानी तो पहले ही बहुत ज़्यादा नीवा होया पिया, अपना धरती थल्ला जिहड़ा पानी है पंजाब दा बहुत डिप्लीट हो चुका है। तो व्हाट इज द रीजन ऑफ दैट, ये तुहानूं डिस्क्रिप्टिव क्वेश्चन आ सकता है। मेन रीजन राइस है, जिहड़ा अपना राइस है, चौल है, ये जिहड़ा मेन रीजन है। ठीक है, तो ये गल है दोस्तों। आ गया मंडीकरण की बड़ी प्रॉब्लम है। आप क्रॉप उगा तो लेने हैं, लेकिन बाद में मंडीकरण की मार्केटिंग की प्रॉब्लम है। ਹੁਣ ਆੜਤੀਆ ਸਿਸਟਮ ਖਤਮ ਹੋਣ ਦੇ ਕਿਨਾਰੇ ਹੋਇਆ ਪਿਆ। ਸਰਕਾਰ ਕਹਿੰਦੀ ਡਾਇਰੈਕਟ ਅਸੀਂ ਜਿਹੜੀ ਹੈ ਮੰਡੀਆਂ 'ਚ ਤੁਹਾਡੀ ਕਣਕ ਤੇ ਤੁਹਾਡੇ ਚੌਲ ਚੱਕਾਂਗੇ। ਆੜਤੀਆਂ ਦਾ ਕੋਈ ਰੋਲ ਨਹੀਂ ਹੋਣਾ। ਇੰਟਰਨੈਸ਼ਨਲ ਕੰਪਨੀਆਂ ਨੂੰ ਬੁਲਾਇਆ ਗਿਆ, ਉਹ ਕਹਿੰਦੀਆਂ ਅਸੀਂ ਚੱਕਾਂਗੇ, ਲੇਕਿਨ ਉਹਨਾਂ ਦਾ ਵੀ ਨੁਕਸਾਨ ਹੈ, ਇੰਟਰਨੈਸ਼ਨਲ ਕੰਪਨੀ ਦਾ ਨੁਕਸਾਨ ਹੈ। ਉਹ ਘੱਟ ਰੇਟ ਤੇ ਚੱਕਣਗੇ। ਸਰਕਾਰ ਤਾਂ ਮਿਨੀਮਮ ਸਪੋਰਟ ਪ੍ਰਾਈਸ ਰੱਖਦੀ ਹੈ, ਲੇਕਿਨ ਸਾਰਾ ਹੀ ਪ੍ਰਾਈਵੇਟਾਈਜ਼ ਕਰਤਾ ਤਾਂ ਫਿਰ ਉਹਦੇ ਵਿੱਚ ਕੀ ਹੈ, ਕਿਸਾਨਾਂ ਨੂੰ ਨੁਕਸਾਨ ਹੋਣਾ। ਕਿਸਾਨ ਤਾਂ ਪਹਿਲੀ ਕਹਿ ਰਹੇ ਸਾਡੀ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਵਧਾਈ ਜਾਵੇ। तो ਇਹਦੇ ਰਿਲੇਟਡ ਡਿਸਕ੍ਰਿਪਟਿਵ ਕੁਐਸਚਨ ਤੁਹਾਨੂੰ ਆ ਸਕਦਾ। ਪੰਜਾਬ ਦੀ ਇਕਨੋਮੀ ਬਾਰੇ ਬਹੁਤ ਜ਼ਿਆਦਾ ਤੁਹਾਨੂੰ ਨੌਲੇਜ ਹੋਣੀ ਜ਼ਰੂਰੀ ਹੈ, ਤਾਂ ਹੀ ਤੁਸੀਂ ਮੇਨਸ ਕਲੀਅਰ ਕਰ ਸਕੋਗੇ। ਸਪੈਸ਼ਲੀ ਜਿਹੜਾ ਹੈ ਜਨਰਲ ਸਟੱਡੀਜ਼ 3 ਵਾਲਾ ਪੇਪਰ, ਇਕਨੋਮਿਕ ਵਾਲਾ ਪੇਪਰ, ਐਗਰੀਕਲਚਰ ਪ੍ਰੋਡਿਊਸ। ਠੀਕ ਹੈ, ਈ ਟੈਕਨੋਲੋਜੀ, ਵੈਦਰ ਈ ਟੈਕਨੋਲੋਜੀ ਕੁਡ ਹੈਲਪ ਦਾ ਪੰਜਾਬ ਫਾਰਮਰਸ, ਕਿ ਉਹਨਾਂ ਨੂੰ ਈ ਟੈਕਨੋਲੋਜੀ ਕੋਈ ਫਾਇਦਾ ਦੇਊਗੀ। ਈ ਟੈਕਨੋਲੋਜੀ ਕੀ ਹੁੰਦੀ ਹੈ, ਜਿਵੇਂ ਈ ਗਵਰਨੈਂਸ ਹੁੰਦੀ ਹੈ, ਈ ਟੈਕਨੋਲੋਜੀ ਹੁੰਦੀ ਹੈ। ਹੁਣ ਇੱਥੇ ਤਾਂ ਸਿਲੇਬਸ ਡਿਸਕਸ ਕਰ ਰਹੇ ਹਾਂ, ਡਿਟੇਲ ਵਿੱਚ ਨਹੀਂ ਦੱਸ ਸਕਦੇ, ਹੈ ਨਾ। ਉਹ ਆਪਾਂ ਕਲਾਸਾਂ ਲਾਵਾਂਗੇ ਫਿਰ ਪਤਾ ਲੱਗੂਗਾ। ਠੀਕ ਹੈ, ਸਬਸਿਡੀਆਂ ਦਿੰਦੀ ਹੈ ਸਰਕਾਰ, ਕਿਸਾਨਾਂ ਨੂੰ ਸਬਸਿਡੀ ਦਿੰਦੀ ਹੈ ਨਾ ਆਪਣੀ ਕਿਸਾਨੀ ਨੂੰ। ਠੀਕ ਹੈ, ਬਿਜਲੀ ਮੁਫਤ ਹੈ ਨਾ, ਕਿਸਾਨਾਂ ਨੂੰ ਬਿਜਲੀ ਮੁਫਤ ਹੈ। तो ਉਹਦਾ ਵੀ ਬਹੁਤ ਰੌਲਾ ਪੈ ਰਿਹਾ। ਕਈ ਜਿਹੜੇ ਫਿਲੋਸਫਰਸ ਨੇ, ਬੁੱਧੀਜੀਵੀ ਨੇ, ਉਹ ਕਹਿੰਦੇ ਜਿਹੜੀ ਬਿਜਲੀ ਮੁਫਤ ਦੇ ਰਹੀ ਹੈ ਸਰਕਾਰ, ਇਹਨੇ ਜੜ ਵੜਤੀ। ਇਹਨੇ ਕਿਸਾਨਾਂ ਦੀ ਜਿਹੜੀ ਹੈ, ਕਿਸਾਨਾਂ ਨੂੰ ਤਾਂ ਬਿਜਲੀ ਮੁਫਤ ਦੇ ਰਹੇ ਨੇ, ਇਹਦੇ ਕਰਕੇ ਜਿਹੜੀ ਹੈ ਆਪਣਾ ਸਟਰਕਚਰ ਜਿਹੜਾ ਸਿਸਟਮ ਹੈ, ਆਪਣਾ ਇਕਨੋਮਿਕ ਸਿਸਟਮ ਹੈ, ਉਹ ਖਰਾਬ ਹੋ ਰਿਹਾ ਆਪਣੇ ਪੰਜਾਬ ਦਾ। ਕਈਆਂ ਦੀ ਇਹ ਰਾਏ ਹੈ, ਤੇ ਕਈਆਂ ਦੀ ਇਹ ਰਾਏ ਹੈ ਕਿ ਪੰਜਾਬ ਨੂੰ ਜਿਹੜੇ ਸਬਸਿਡੀਜ਼ ਦੇਣੀ ਚਾਹੀਦੀ ਹੈ, ਕਿਸਾਨਾਂ ਨੂੰ ਸਬਸਿਡੀ ਦੇਣੀ ਚਾਹੀਦੀ ਹੈ। ਅਮਰੀਕਾ ਇੰਨੀ ਸਬਸਿਡੀ ਦੇ ਰਿਹਾ, ਬਿਜਲੀ ਮੁਫਤ ਤੇ ਕੀ ਹੈ, ਹੋਰ ਵੀ ਚੀਜ਼ਾਂ ਮੁਫਤ ਦੇਣੀ ਚਾਹੀਦੀਆਂ। ਕਿਉਂਕਿ ਐਗਰੀਕਲਚਰ ਪ੍ਰੋਡਿਊਸ ਮੇਨ ਆਪਣਾ ਜਿਹੜਾ 60% ਇੰਡੀਆ ਦਾ ਜਿਹੜਾ ਇਕਨੋਮੀ ਹੈ, ਉਹ ਐਗਰੀਕਲਚਰ ਪ੍ਰੋਡਿਊਸ ਤੇ ਡਿਪੈਂਡ ਹੈ। ਐਗਰੀਕਲਚਰ ਇਜ਼ ਦ ਮੇਨ ਸੋਰਸ ਆਫ ਲਾਈਵਲੀਹੁਡ ਇਨ ਇੰਡੀਆ। तो सब्सिडीज देनी चाहिए है। तो अड ऑपोजिट व्यूज ने, अलग अलग व्यूज ने, ये अलग अलग व्यूज थोनों लिखने पैणगे और एंड विच कंक्लूजन जिहड़ा है हारमोनियसली तुसीं विचाले ये कंक्लूजन देना है। एक जिहड़ा है, यू शुड नॉट बी बायस्ड इन योर आंसर राइटिंग, यू शुड नॉट बी ए लेफ्टिस्ट और राइटिस्ट as far as politics is concerned. These two terms are used in politics, but as far as any area is concerned, whether it's economics, history, whatever, you should not be extreme. You should not be having extreme views। ਚਾਹੇ ਪੰਜਾਬ ਦੀ ਇਕਨੋਮੀ ਦੀ ਗੱਲ ਕਰਦੇ ਆਪਾਂ, ਠੀਕ ਹੈ, ਤੁਸੀਂ ਇੱਕ ਪਾਸਾ ਦਿਓ, ਇੱਕ ਕਮੈਂਟ ਦਿਓ, ਫਿਰ ਉਸ ਤੋਂ ਉਲਟ ਜਿਹੜਾ ਹੈ ਕਮੈਂਟ ਉਹ ਵੀ ਦਿਓ। ਉਸ ਤੋਂ ਬਾਅਦ ਹਾਰਮੋਨਾਈਜ਼ ਕਰੋ ਔਰ ਇੱਕ ਬੈਲੈਂਸਡ ਜਿਹਾ ਆਨਸਰ ਤੁਸੀਂ ਐਂਡ ਵਿੱਚ ਆਪਣਾ ਕੰਕਲੂਜਨ ਦੇਣਾ ਹੈ। ਕਲੀਅਰ ਹੋ ਗਿਆ? ਇਹਨੂੰ ਕਹਿੰਦੇ ਬੈਲੈਂਸਡ ਵਿਊ ਪੁਆਇੰਟ। As a PCS officer, you should be having a balanced viewpoint on every issue. You should not be extreme in every issue. एक ऑफिसर तो यह भालदा कमीशन PPSC कि ਉਹਦਾ ਇੱਕ ਬੈਲੈਂਸਡ ਵਿਊ ਪੁਆਇੰਟ ਹੋਵੇ। ਤੇ ਜਦੋਂ ਤੁਸੀਂ ਤਿਆਰੀ ਕਰੋਗੇ ਨਾ PCS ਦੀ, ਥੋੜਾ ਬੈਲੈਂਸਡ ਵਿਊ ਪੁਆਇੰਟ ਆਪ ਹੀ ਹੋ ਜਾਣਾ ਹੈ। ਸਮਝ ਆ ਗਈ? ਇਨ ਕੇਸ PCS ਦਾ ਪੇਪਰ ਥੋੜਾ ਨਾ ਵੀ ਕਲੀਅਰ ਹੁੰਦਾ ਹੈ, ਤੁਸੀਂ ਇੱਕ ਚੰਗੇ ਇਨਸਾਨ ਤਾਂ ਜ਼ਰੂਰ ਬਣੋਗੇ, ਕਿਉਂਕਿ ਪੇਪਰ ਦੀ ਤਿਆਰੀ ਦੇ ਦੌਰਾਨ ਜਿਹੜਾ ਹੈ ਇੰਨੀ ਨੌਲੇਜ ਮਿਲਦੀ ਹੈ ਕਿ ਬੰਦੇ ਦਾ ਆਪਣਾ ਬੈਲੈਂਸਡ ਵਿਊ ਪੁਆਇੰਟ ਹੁੰਦਾ ਹੈ। ਉਹ ਕਿਸੇ ਦੇ ਮਗਰ ਨਹੀਂ ਲੱਗਦਾ। ਜਿਵੇਂ ਅੱਜ ਕੱਲ੍ਹ ਆਪਾਂ ਫੇਸਬੁੱਕ ਦੇਖਦੇ ਹਾਂ, ਇੰਟਰਨੈਟ ਤੇ ਦੇਖਦੇ ਹਾਂ, ਇੱਕ ਬੰਦੇ ਨੇ ਕੋਈ ਗੱਲ ਕਹਿਤੀ, ਸਾਰੇ ਉਹਦੇ ਮਗਰ ਲੱਗ ਜਾਂਦੇ ਆ। ਉਹ ਆਪਣਾ ਦਿਮਾਗ ਨਹੀਂ ਵਰਤਦੇ, ਉਹ ਐਨਾਲਾਈਜ਼ ਨਹੀਂ ਕਰਦੇ ਸਿਚੁਏਸ਼ਨ ਨੂੰ। ਜਦੋਂ ਤੁਸੀਂ ਇਹ ਤਿਆਰੀ ਕਰੋਗੇ, ਤੁਹਾਡਾ ਆਪਣਾ ਬੈਲੈਂਸਡ ਵਿਊ ਪੁਆਇੰਟ ਹੋਊਗਾ ਹਰੇਕ ਮੁੱਦੇ ਤੇ, ਇੱਕ ਚੰਗੇ ਇਨਸਾਨ ਬਣੋਗੇ। ਜ਼ਰੂਰੀ ਨਹੀਂ ਹੁੰਦਾ ਕਿ ਆਪਾਂ PCS ਆਫਿਸਰ ਬਣਨਾ ਹੀ ਬਣਨਾ ਹੈ, ਇੱਕ ਚੰਗੇ ਇਨਸਾਨ ਵੀ ਤੁਸੀਂ ਬਣੋਗੇ। ਪਰ ਮੈਂ ਤਾਂ ਕੋਸ਼ਿਸ਼ ਇਹੀ ਕਰੂੰਗਾ ਕਿ ਤੁਸੀਂ ਆਫਿਸਰ ਜ਼ਰੂਰ ਬਣੋ ਆਪਣੇ ਵੱਲੋਂ, ਮੇਰੀ ਤਾਂ ਇਹੀ ਕੋਸ਼ਿਸ਼ ਹੈ। ਉਸ ਤੋਂ ਬਾਅਦ ਆ ਗਿਆ ਸਬਸਿਡੀਜ਼ ਆ ਗਿਆ, ਫਿਰ ਮਿਨੀਮਮ ਸਪੋਰਟ ਪ੍ਰਾਈਸ ਆ ਗਿਆ। ਠੀਕ ਹੈ, ਵੀਟ ਦੀ ਮਿਨੀਮਮ ਸਪੋਰਟ ਪ੍ਰਾਈਸ, ਰਾਈਸ ਦੀ ਮਿਨੀਮਮ ਸਪੋਰਟ ਪ੍ਰਾਈਸ, ਠੀਕ ਹੈ, ਝੋਨੇ ਦੀ ਮਿਨੀਮਮ ਸਪੋਰਟ ਪ੍ਰਾਈਸ ਹੋਣੀ ਚਾਹੀਦੀ ਹੈ। ਕਿੰਨੀ ਸਪੋਰਟ ਪ੍ਰਾਈਸ ਆਪਣੀ ਮਿਨੀਮਮ ਸਪੋਰਟ ਪ੍ਰਾਈਸ?
ਉਸ ਤੋਂ ਬਾਅਦ ਕਿਸਾਨਾਂ ਦੀ ਹੈਲਪ ਵਾਸਤੇ ਰੋਟਾਵੇਟਰ ਦਾ ਅੱਜ ਕੱਲ੍ਹ ਬਹੁਤ ਜ਼ੋਰ ਚੱਲ ਰਿਹਾ। ਕਹਿੰਦੇ ਜਿਹੜਾ ਹੈ ਉਸ ਤੋਂ ਬਾਅਦ ਜਿਹੜਾ ਬਚ ਜਾਂਦਾ ਹੈ, ਠੀਕ ਹੈ, ਉਹ ਚਾਹੇ ਝੋਨੇ ਤੋਂ ਬਾਅਦ ਹੈ ਚਾਹੇ ਕਣਕ ਤੋਂ ਬਾਅਦ ਹੈ, ਕਿਸਾਨ ਹੱਥ ਨਾਲ ਨਹੀਂ ਵੱਢ ਸਕਦੇ, ਬੜੀ ਮਿਹਨਤ ਹੁੰਦੀ ਹੈ, ਠੀਕ ਹੈ, ਤੇ ਕੰਬਾਈਨ ਨਾਲ ਵੱਢਦੇ, ਠੀਕ ਹੈ, ਕੰਬਾਈਨ ਨਾਲ ਵੀ ਰਹਿ ਜਾਂਦਾ। ਉਸ ਤੋਂ ਬਾਅਦ ਉਹ ਅੱਗ ਲਾਉਂਦੇ ਆ। ਹੁਣ ਇਹ ਰੌਲਾ ਪੈ ਰਿਹਾ ਦਿੱਲੀ ਵਿੱਚ ਜਿਹੜੀ ਹੈ ਪੋਲਿਊਸ਼ਨ ਹੋ ਰਹੀ ਹੈ ਇਹ ਕਿਸਾਨਾਂ ਦੇ ਇਸ ਕਾਰਨ ਕਰਕੇ। ਤਾਂ ਜਿਹੜਾ ਸਟਬਲ ਫਾਰਮਿੰਗ, ਸਟਬਲ ਬਰਨਿੰਗ ਹੈ, ਇਹਨੂੰ ਸਟਬਲ ਕਹਿੰਦੇ ਆ। ਜਿਹੜੇ ਰਹਿੰਦ ਖੂੰਦ ਹੁੰਦੀ ਹੈ ਨਾ ਬਾਅਦ ਵਿੱਚ ਕ੍ਰੌਪਸ ਨੂੰ ਵੱਢਣ ਤੋਂ ਬਾਅਦ, ਦੀ ਰਹਿੰਦ ਖੂੰਦ ਨੂੰ ਸਟਬਲ ਕਹਿੰਦੇ ਆ। ਕਿ ਕੀ ਸਟਬਲ ਬਰਨਿੰਗ ਜਿਹੜੀ ਹੈ ਇਹ ਜਿਹੜਾ ਅੱਜ ਕੱਲ੍ਹ ਗਰਮ ਮੁੱਦਾ ਛਾਇਆ ਹੋਇਆ, ਤਾਂ ਹਰ ਜਿਹੜੇ ਸੀਜ਼ਨ ਤੋਂ ਬਾਅਦ ਸਟਬਲ ਬਰਨਿੰਗ ਜਿਹੜੀ ਹੁੰਦੀ ਹੈ, ਕੀ ਇਹ ਜਿਹੜਾ ਹੈ ਇਹਦਾ ਕੋਈ ਹੱਲ ਹੈ? ਕਿਸਾਨਾਂ ਨੂੰ ਕੋਈ ਹੱਲ ਤਾਂ ਦੇ ਰਹੀ ਨਹੀਂ ਸਰਕਾਰ, ਠੀਕ ਹੈ, ਉਹਨੂੰ ਕੋਈ ਇਹੋ ਜਿਹੀ ਇਨਸੈਂਟਿਵ ਨਹੀਂ ਦੇ ਰਹੀ ਸਰਕਾਰ। ਇਹ ਜਿਹੇ ਕੋਈ ਵੀ ਕਦਮ ਨਹੀਂ ਚੱਕ ਰਹੀ। ਫਿਰ ਕਿਸਾਨ ਕਰੇ ਤਾਂ ਕੀ ਕਰੇ? ਉਹ ਬਰਨ ਹੀ ਕਰੂਗਾ, ਉਹ ਅੱਗ ਹੀ ਲਾਊਗਾ। ਜੇ ਹੋਰ ਕੋਈ ਕੰਮ ਕਰਦਾ ਉਸ ਤਰੀਕੇ ਨਾਲ, ਉਹਦਾ ਜਿਹੜੀ ਹੈ ਪੈਸਾ ਬਹੁਤ ਲੱਗਦਾ, ਇੰਨਾ ਪੈਸਾ ਕਿਸਾਨਾਂ ਕੋਲ ਹੁੰਦਾ ਨਹੀਂ। ਐਨੀਮਲ ਰੀਅਰਿੰਗ, ਮਿਲਕ ਪ੍ਰੋਡਿਊਸਿੰਗ ਕੈਟਲ, ਇਹ ਸਾਰੀ ਚੀਜ਼ਾਂ ਆਉਣਗੀਆਂ। ਫਿਰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ, PDS, ਰਾਸ਼ਨ ਕਾਰਡ, ਸਬਸਿਡਾਈਜ਼ਡ ਫੂਡ ਪ੍ਰੋਡਕਟਸ, ਠੀਕ ਹੈ। ਕੀ ਆਬਜੈਕਟਿਵ ਕੀ ਹੈ PDS ਦਾ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦਾ ਕੀ ਫੰਕਸ਼ਨ ਹੈ, ਕੀ ਲਿਮਿਟੇਸ਼ਨ ਕੀ ਹੈ, ਬਫਰ ਸਟਾਕਸ ਕੀ ਨੇ, ਬਫਰ ਸਟਾਕਸ ਬਾਰੇ ਪਤਾ ਹੋਣਾ ਚਾਹੀਦਾ, ਠੀਕ ਹੈ। ਫੂਡ ਸਿਕਿਉਰਿਟੀ, ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਇਨ ਇੰਡੀਆ, ਕੀ ਸਕੋਪ ਹੈ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਇਨ ਇੰਡੀਆ ਦਾ, ਕੀ ਸਿਗਨੀਫੀਕੈਂਸ ਹੈ। ਸਪਲਾਈ ਚੇਨ ਮੈਨੇਜਮੈਂਟ ਕੀ ਹੁੰਦੀ ਹੈ। ਇੰਡੀਆ ਵਿੱਚ ਲੈਂਡ ਰਿਫਾਰਮਸ ਕੀ ਨੇ, ਪੰਜਾਬ ਦੇ ਵਿੱਚ ਵੀ ਲੈਂਡ ਰਿਫਾਰਮ ਐਕਟ ਬਣਿਆ ਹੋਇਆ, ਸਮਝ ਆ ਰਹੀ ਕਿ 1800 ਦਾ ਬਣਿਆ ਹੋਇਆ, ਮੈਨੂੰ ਯਾਦ ਨਹੀਂ 1872 ਹੈ ਜੋ ਵੀ ਹੈ। ਲੈਂਡ ਰਿਫਾਰਮ ਐਕਟ ਪੰਜਾਬ ਦਾ ਪਹਿਲਾਂ ਦਾ ਹੀ ਬਣਿਆ ਹੋਇਆ, ਔਰ ਅੱਡ-ਅੱਡ ਦੇਸ਼ ਅੱਡ-ਅੱਡ ਸਟੇਟਾਂ ਵਿੱਚ ਲੈਂਡ ਰਿਫਾਰਮਸ ਉਹਨਾਂ ਦੇ ਆਪਣੇ ਬਣੇ ਹੋਏ ਨੇ, ਠੀਕ ਹੈ। ਇਹਦੇ ਵਿੱਚ ਆਰਟੀਕਲ 31A, 31B ਐਂਡ 31C ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ ਇਹ ਤੁਹਾਨੂੰ ਪੜ੍ਹਨੇ ਪੈਣਗੇ। ਪੰਜਾਬ ਲੈਂਡ ਰਿਫਾਰਮ ਐਕਟ ਉਸ ਆਧਾਰ ਤੇ ਬਣਿਆ ਸੀ। ਇਹ 1951 ਦੇ ਵਿੱਚ ਜਿਹੜਾ ਹੈ, ਜਦੋਂ ਆਪਣੀ ਨਵੀਂ ਆਪਾਂ ਨੂੰ ਆਜ਼ਾਦੀ ਮਿਲੀ ਸੀ, ਤਾਂ ਦੇਸ਼ ਨੂੰ ਉੱਪਰ ਚੱਕਣ ਵਾਸਤੇ ਇੰਡਸਟਰੀਜ਼ ਲਾਉਣੀਆਂ ਬਹੁਤ ਜ਼ਰੂਰੀ ਸੀਗੀਆਂ ਮੌਕੇ ਦੀ ਸਰਕਾਰ ਲਈ। ਤਾਂ ਉਦੋਂ ਜ਼ਮੀਨ, ਉਦੋਂ ਵੱਡੇ ਲੈਂਡ ਹੋਲਡਰ ਸੀਗੇ, 500 ਕਿੱਲਾ ਸੀ, ਕਿਸੇ ਕੋਲ 1000 ਕਿੱਲਾ ਸੀ, ਕਿਸੇ ਕੋਲ 200 ਕਿੱਲਾ ਸੀ। ਤਾਂ ਉਹਨਾਂ ਤੋਂ ਜ਼ਮੀਨ ਖੋਹਣੀ ਸੀ ਸਰਕਾਰ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਤਾਂ ਕਿ ਇੰਡਸਟਰੀ ਲੱਗਣ। ਲੇਕਿਨ ਉਦੋਂ ਜਿਹੜੀ ਹੈ ਜ਼ਮੀਨ ਸੀ, ਉਹ ਰਾਈਟ ਟੂ ਜਿਹੜੀ ਪ੍ਰੋਪਰਟੀ ਸੀ, ਉਹ ਫੰਡਾਮੈਂਟਲ ਰਾਈਟ ਸੀ, ਠੀਕ ਹੈ। ਤਾਂ ਸੁਪਰੀਮ ਕੋਰਟ 'ਚ ਰਿਟਾਂ ਪੈ ਗਈਆਂ, ਠੀਕ ਹੈ। ਉਹਦੇ ਵਿੱਚ ਜਿਹੜਾ ਹੈ ਗੋਪਾਲਨ ਆਪਣਾ ਇੱਕ ਦੋ ਕੇਸ ਹੋਏ ਸੀ, ਉਹ ਮੈਂ ਤੁਹਾਨੂੰ ਬਾਅਦ ਵਿੱਚ ਡਿਸਕਸ ਕਰੂੰਗਾ। ਤੇ ਉਹਦੇ ਵਿੱਚ ਜਿਹੜਾ ਹੈ ਹੌਲੀ ਰਾਈਟ ਟੂ ਪ੍ਰੋਪਰਟੀ ਜਿਹੜਾ ਹੈ ਫੰਡਾਮੈਂਟਲ ਰਾਈਟ ਨਹੀਂ ਰਿਹਾ ਹੁਣ। It's a legal right under Article 300A of the Constitution of India. Now right to property is not your fundamental right. ਸਰਕਾਰ ਕਦੋਂ ਵੀ ਕਿਸੇ ਦੀ ਵੀ ਪ੍ਰਾਪਰਟੀ ਦੱਬ ਸਕਦੀ ਹੈ, ਐਕਵਾਇਰ ਕਰ ਸਕਦੀ ਹੈ। ਲੇਕਿਨ ਹਾਂ, ਉਹਨਾਂ ਨੂੰ ਉਹ ਬੰਦੇ ਜਿਨ੍ਹਾਂ ਦੀ ਪ੍ਰਾਪਰਟੀ ਦੱਬੀ ਹੈ ਸਰਕਾਰ ਨੇ, ਆ ਫੋਰ ਐਗਜ਼ਾਮਪਲ ਉੱਥੇ ਫਲਾਈਓਵਰ ਬਣਾਉਣਾ ਹੈ, ਤਾਂ ਸਰਕਾਰ ਨੇ ਪ੍ਰਾਪਰਟੀ ਲੈ ਲਈ, ਤਾਂ ਉਹਨੂੰ ਜਿਹੜੀ ਮਾਰਕੀਟ ਪ੍ਰਾਈਸ ਦੇਣੀ ਪੈਣੀ ਹੈ। ਅਗਰ ਮਾਰਕੀਟ ਪ੍ਰਾਈਸ ਨਹੀਂ ਦਿੰਦੀ ਸਰਕਾਰ, then the concerned person can approach the High Court and various avenues and he can file a case against the Government of Punjab or Government of India. ਉਸ ਤੋਂ ਬਾਅਦ ਆ ਗਿਆ ਲੈਂਡ ਰਿਫਾਰਮਸ ਤੋਂ ਬਾਅਦ ਆ ਗਿਆ ਲਿਬਰਲਾਈਜੇਸ਼ਨ ਕੀ ਹੁੰਦੀ ਹੈ, ਗਲੋਬਲਾਈਜੇਸ਼ਨ ਕੀ ਹੁੰਦੀ ਹੈ, ਲਿਬਰਲਾਈਜ਼ਡ ਇਕਨੋਮੀ ਕੀ ਹੁੰਦੀ ਹੈ। 1991 ਦੇ ਰਿਫਾਰਮਸ ਤੋਂ ਬਾਅਦ ਆਪਣੀ ਇਕਨੋਮੀ ਲਿਬਰਲਾਈਜ਼ਡ ਹੋ ਗਈ ਹੈ। ਮਨਮੋਹਨ ਸਿੰਘ ਨੇ 1991 ਦੇ ਵਿੱਚ ਲਿਬਰਲਾਈਜ਼ ਕਰਤਾ ਸੀ, ਜਦੋਂ ਕਾਂਗਰਸ ਦੀ ਸਰਕਾਰ ਸੀ। ਉਦੋਂ ਪ੍ਰਾਈਮ ਮਿਨਿਸਟਰ ਕੌਣ ਸੀਗਾ, ਮੈਂ ਨਾਂ ਭੁੱਲ ਗਿਆ ਉਦੋਂ। ਤਾਂ ਮਨਮੋਹਨ ਸਿੰਘ ਆਪਣਾ ਫਾਈਨਾਂਸ ਮਿਨਿਸਟਰ ਸੀ, ਤਾਂ ਉਹਨੇ ਲਿਬਰਲਾਈਜ਼ ਕਰਤੀ ਸੀ ਇਕਨੋਮੀ। और लिबरलाइजेशन का की असर है, ठीक है। तो प्राइवेटाइजेशन की होंगी है, लिबरलाइजेशन की होंगी है, ग्लोबलाइजेशन की, ये सारे टर्म इकोनॉमिक टर्म्स ने थानू पता होने चाहिए ने। इंफ्रास्ट्रक्चर की होंगे, ठीक है, इंफ्रास्ट्रक्चर विच रोड्स आ गए, रेल्स आ गए, ठीक है, एनर्जीज आ गई, ठीक है, थर्मल प्लांट आ गए। हुण बठिंडे का थर्मल प्लांट है, बठिंडे का थर्मल प्लांट बंद करता ना, ये पिछे की कारण है, प्राइवेट थर्मल प्लांट खोली जाते हैं, सरकारी थर्मल प्लांट बंद हो गए। ਇਹਦਾ ਕਾਰਨ ਕੀ ਹੈ, ਕਿਉਂ ਐ ਹੋ ਰਿਹਾ? ਇਹ ਸਾਰੇ ਗਰਮ ਮੁੱਦੇ ਨੇ, ਕਰੰਟ ਮੁੱਦੇ ਨੇ, ਜੋ ਤੁਹਾਨੂੰ ਪੰਜਾਬ ਦੇ ਪਤਾ ਹੋਣੇ ਚਾਹੀਦੇ ਨੇ, ਠੀਕ ਹੈ। ਹਿਊਮਨ ਰਿਸੋਰਸ ਡਿਵੈਲਪਮੈਂਟ ਕੀ ਹੁੰਦੀ ਹੈ, HRD ਮਿਨਿਸਟਰੀ ਵੀ ਹੁੰਦੀ ਹੈ ਕਿ ਨਹੀਂ ਹੁੰਦੀ? ਤੋ ਇੱਕ ਆਮ ਇਕਨੋਮੀ ਦੀ ਡਿਵੈਲਪਮੈਂਟ ਵਾਸਤੇ ਕੀ ਕੈਪੀਟਲ ਦੀ ਲੋੜ ਪੈਂਦੀ ਹੈ ਕਿ ਨਹੀਂ ਪੈਂਦੀ? ਕੈਪੀਟਲ ਹੁੰਦਾ ਕੀ ਹੈ, ਸਰਮਾਇਆ ਕੀ ਹੁੰਦਾ, ਹਿਊਮਨ ਕੈਪੀਟਲ ਕੀ ਹੁੰਦਾ, ਠੀਕ ਹੈ। तो उस तो बाद आप गल करते हैं अनएम्पलॉयमेंट की, वेरी इंपॉर्टेंट, बहुत इंपॉर्टेंट मुद्दा है अनएम्पलॉयमेंट, बेरोजगारी। पंजाब के बेरोजगारी बहुत ज़्यादा हुई हुई है। बेरोजगारी की समस्या क्यों है, कारण की है पंजाब के इन्नी बेरोजगारी की है? कि नशे है उसके कारण या कोई होर कारण है? ये बारे तुहानूं आंसर क्वेश्चन आ सकता है और आऊगा ही आऊगा। ये बारे तुहानूं पता होना चाहिए और डिस्क्रिप्टिव क्वेश्चन आऊगा, तुहानूं लिखना होना जरूरी है। ਉਹਦੇ ਵਿੱਚ ਅੰਕੜੇ, ਸਟੈਟਿਸਟਿਕਸ ਸਾਰੇ ਪਾਉਣੇ ਪੈਣਗੇ, ਗ੍ਰਾਫ ਪਾਉਣੇ ਪੈਣਗੇ ਵੀ ਬੇਰੁਜ਼ਗਾਰੀ ਕਿਉਂ ਹੈ, ਕਿਹੜੇ ਸ਼ਹਿਰ ਵਿੱਚ ਬੇਰੁਜ਼ਗਾਰੀ ਘੱਟ ਹੈ, ਕਿਹੜੇ ਸ਼ਹਿਰ ਵਿੱਚ ਬੇਰੁਜ਼ਗਾਰੀ ਜ਼ਿਆਦਾ ਹੈ। ਯੂ ਹੈਵ ਟੂ ਐਨਾਲਾਈਜ਼ ਦੈਟ, ਯੂ ਹੈਵ ਟੂ ਰੀਡ ਨਿਊਜ਼ਪੇਪਰਸ। ਬਾਕੀ ਆਪਾਂ ਇੱਥੇ ਲੈਕਚਰ ਦਵਾਂਗੇ ਤੁਹਾਨੂੰ। ਸਕਿੱਲ ਡਿਵੈਲਪਮੈਂਟ ਕੀ ਹੁੰਦੀ ਹੈ, ਅਨਐਮਪਲੋਇਮੈਂਟ ਵੀ ਅਲੱਗ-ਅਲੱਗ ਹੁੰਦੀ ਹੈ। ਸਟਰਕਚਰਲ ਅਨਐਮਪਲੋਇਮੈਂਟ ਹੁੰਦੀ, ਸੌਰੀ ਸਟਰਕਚਰਲ ਅਨਐਮਪਲੋਇਮੈਂਟ
ਤੇ ਨਾਨ ਸਟਰਕਚਰਲ ਅਨਐਮਪਲੋਇਮੈਂਟ ਵੀ ਅਲੱਗ-ਅਲੱਗ ਹੁੰਦੀ ਹੈ ਨਾ। ਇੱਕ ਹੁੰਦੀ ਹੈ ਸੀਜ਼ਨਲ ਅਨਐਮਪਲੋਇਮੈਂਟ, ਇੱਕ ਸਾਰੇ ਸਾਲ ਲਈ ਅਨਐਮਪਲੋਇਮੈਂਟ। तो ये ਜਿਹੜਾ ਹੈ ਸਿਸਟਮ ਹੈ ਅਲੱਗ-ਅਲੱਗ ਕਰਾਂਗੇ ਆਪਾਂ, ਠੀਕ ਹੈ। तो ਪੰਜਾਬ ਦੀ ਡੈਮੋਗ੍ਰਾਫਿਕ ਡਿਵੀਡੈਂਡ ਕੀ ਹੈ, ਡਿਫਰੈਂਟ ਸਟੇਟਸ ਦੇ ਡੈਮੋਗ੍ਰਾਫਿਕ ਡਿਵੀਡੈਂਡ ਕੀ ਹੈ, ਸਕਿੱਲ ਡਿਵੈਲਪਮੈਂਟ ਕੀ ਹੁੰਦੀ ਹੈ। ਫਿਰ ਉਸ ਤੋਂ ਬਾਅਦ ਆ ਗਿਆ ਪੰਜਾਬ ਦੀ ਇਕਨੋਮੀ, ਵੈਰੀ ਇੰਪੋਰਟੈਂਟ। ਪੰਜਾਬ ਦਾ ਬਜਟ, ਜਿਵੇਂ ਇੰਡੀਆ ਦਾ ਬਜਟ ਸੀ, ਪਾਰਲੀਮੈਂਟ ਵੱਲੋਂ ਬਜਟ ਪਾਸ ਹੁੰਦਾ, ਗਵਰਨਮੈਂਟ ਆਫ ਇੰਡੀਆ ਵੱਲੋਂ, ਸੌਰੀ। ਤੇ ਉਸ ਤੋਂ ਬਾਅਦ ਇੰਡੀਆ ਦੇ ਬਜਟ ਤੋਂ ਬਾਅਦ ਪੰਜਾਬ ਦਾ ਬਜਟ, ਆਪਣੇ ਫਾਈਨਾਂਸ ਮਿਨਿਸਟਰ ਕੌਣ ਨੇ, ਮਨਪ੍ਰੀਤ ਬਾਦਲ ਜੀ, ਉਹ ਬਜਟ ਕਰਦੇ ਹਰ ਸਾਲ। ਉਹਦੇ ਵਿੱਚ ਕੀ ਪ੍ਰੋਵੀਜ਼ਨਸ, ਲੇਟੈਸਟ ਬਜਟ ਕੀ ਆ ਪੰਜਾਬ ਦਾ, ਉਹਦੇ ਵਿੱਚ ਕੀ ਪ੍ਰੋਵੀਜ਼ਨਸ ਨੇ, ਕਿਸਾਨਾਂ ਵਾਸਤੇ ਕੀ ਪ੍ਰੋਵੀਜ਼ਨਾਂ ਰੱਖੀਆਂ ਹੋਈਆਂ, ਇੰਡਸਟਰੀਜ਼ ਵਾਸਤੇ ਕੀ ਪ੍ਰੋਵੀਜ਼ਨ। ਪੰਜਾਬ ਵਿੱਚ ਇਕਨੋਮੀ ਕਿਉਂ ਨਹੀਂ ਗਰੋ ਕਰ ਰਹੀ? ਪੰਜਾਬ ਦਾ ਖਜ਼ਾਨਾ ਹਮੇਸ਼ਾ ਖਾਲੀ ਕਿਉਂ ਰਹਿੰਦਾ ਹੈ? ਜਿਹੜੀ ਵੀ ਸਰਕਾਰ ਆਉਂਦੀ ਹੈ, ਚਾਹੇ ਅਕਾਲੀ ਸਰਕਾਰ ਹੈ ਚਾਹੇ ਕਾਂਗਰਸ ਸਰਕਾਰ ਹੈ, ਉਹ ਹਮੇਸ਼ਾ ਐਂ ਕਿਉਂ ਕਹਿੰਦੀ ਪੰਜਾਬ ਦਾ ਖਜ਼ਾਨਾ ਖਾਲੀ ਹੈ। ਕਿਉਂ ਖਾਲੀ ਰਹਿੰਦਾ? ਕਾਰਨ ਕੀ ਹੈ? ਵਾਟ ਇਜ਼ ਦ ਰੀਜ਼ਨ ਕਿ ਪੰਜਾਬ ਦਾ ਜਿਹੜਾ ਹੈ ਖਜ਼ਾਨਾ ਖਾਲੀ ਹੈ? ਕੀ ਸਰਕਾਰ ਦੋਸ਼ੀ ਹੈ, ਕਿ ਆਮ ਲੋਕ ਦੋਸ਼ੀ ਹੈ, ਜਾਂ ਕੋਈ ਹੋਰ ਸਰਕਾਰੀ ਨੀਤੀਆਂ ਦੋਸ਼ੀ ਨੇ, ਕੋਈ ਪਾਲਿਸੀ ਦਾ ਕਮੀ ਹੈ? ਜੋ ਵੀ ਸਰਕਾਰ ਆਉਂਦੀ ਹੈ ਉਹ ਸੈਂਟਰ ਨੂੰ ਕਹਿੰਦੀ ਹੈ ਸੈਂਟਰ ਸਾਡਾ ਬਣਦਾ ਹਿੱਸਾ ਨਹੀਂ ਦੇ ਰਹੀ, ਸਾਡੀ ਜਿਹੜੇ ਟੈਕਸ ਵਸੂਲੀਆਂ ਨੇ, ਇਨਕਮ ਟੈਕਸ ਹੈ ਜਾਂ ਕੋਈ ਹੋਰ ਐਕਸਾਈਜ਼ ਟੈਕਸ ਹੈ, ਸਾਡਾ ਬਣਦਾ ਹਿੱਸਾ ਨਹੀਂ ਮਿਲ ਰਿਹਾ। ਤਾਂ ਕੀ ਸੈਂਟਰ ਸਰਕਾਰ ਤੇ ਦੋਸ਼ ਲਾਉਣਾ ਜਾਇਜ਼ ਹੈ ਕਿ ਪੰਜਾਬ ਸਰਕਾਰ ਦੀ ਕੋਈ ਕਮੀ ਨਹੀਂ ਹੈ ਜਾਂ ਸੈਂਟਰ ਸਰਕਾਰ ਦੀ ਹੀ ਕਮੀ ਹੈ? ਤਾਂ ਇਹ ਸਾਰਾ ਐਨਾਲਾਈਜ਼ ਤੁਹਾਨੂੰ ਕਰਨਾ ਪੈਣਾ। ਤੁਹਾਨੂੰ ਕੁਐਸਚਨ ਆ ਸਕਦਾ, ਸਮਝ ਆ ਗਈ ਕਿ ਨਹੀਂ ਆ ਗਈ? ਤਾਂ ਕਿਉਂ ਨਹੀਂ ਪੰਜਾਬ ਦੇ ਵਿੱਚ ਇੰਡਸਟਰੀਜ਼ ਲੱਗ ਰਹੀਆਂ? ਪੰਜਾਬ ਵਿੱਚ ਬੇਰੁਜ਼ਗਾਰੀ ਕਿਉਂ ਹੈ? ਨਸ਼ਿਆਂ ਦੀ ਪ੍ਰੋਬਲਮ, ਇਹ ਜਿਹੜੇ ਸਮਾਜਿਕ, ਇਹ ਸੋਸ਼ਲ ਇਸ਼ੂਜ਼ ਨੇ। ਇਹ ਸੋਸਾਇਟੀ ਦੇ ਪਾਰਟ ਵਿੱਚ ਮੈਂ ਤੁਹਾਨੂੰ ਆਲਰੇਡੀ ਕਰ ਚੁੱਕਿਆ, ਸੋਸਾਇਟੀ ਦਾ ਪਾਰਟ ਆਈ ਥਿੰਕ ਸੋ। तो सोसाइटी के पार्ट में क्वेश्चंस आउणगे, ठीक है। उस तो बाद आ गया अपना सैक्शन 2, स्टैटिस्टिकल, एनालिटिकल एंड ग्राफिकल रिप्रेजेंटेशन डायग्राम्स आउणगे। तो ये स्टैटिस्टिकल ग्राफ्स आउणगे। स्टैटिस्टिकल ग्राफ्स विल बी गिवन सो दैट द स्टूडेंट शुड ड्रॉ करैक्ट कंक्लूजन्स फ्रॉम दैट ग्राफ्स, ठीक है। तो ग्राफ बना दिते जाणगे, ਉਹਦੇ ਵਿੱਚ ਤੁਸੀਂ ਕੰਕਲੂਜਨ ਦੱਸਣੇ ਆ, ਆਨਸਰ ਲਿਖਣੇ ਆ, ठीक है। फिर सैक्शन 3 आ गया इशूज रिलेटेड टू सिक्योरिटी। सिक्योरिटी विच एक्सट्रीमिज्म अजकल बोलबाला है, ठीक है। एक्सट्रीमिज्म क्यों है? जम्मू कश्मीर की गल कर सकते हैं आप, इत्थे नैक्सलिज्म की गल कर सकते हैं। हुण लेटेस्ट बीजेपी ने एंटी टैररिज्म एक्ट 2019 पास किया कि नहीं? तो 2019 दे विच बीजेपी गवर्नमेंट ने, नरेंद्र मोदी गवर्नमेंट ने एंटी टैररिज्म एक्ट पास किया। ਉਹਦੇ ਵਿੱਚ ਕੀ ਪ੍ਰੋਵੀਜ਼ਨਸ ਨੇ, ਮੇਨ ਪ੍ਰੋਵੀਜ਼ਨਸ ਆਪਾਂ ਲਿਖਣੀਆਂ। ਆਪਾਂ ਦੇਖੋ ਇਹ ਜੁਡੀਸ਼ਰੀ ਦਾ ਐਗਜ਼ਾਮ ਤਾਂ ਹੈ ਨਹੀਂ, ਇਹ ਪੀਸੀਐਸ ਐਗਜ਼ੀਕਿਊਟਿਵ ਦਾ ਐਗਜ਼ਾਮ ਹੈ। तो जो भी स्टैट्यूट्स पास होंगे, लेटेस्ट स्टैट्यूट्स, वो मेन प्रोविजन ਤੁਹਾਨੂੰ नॉलेज होनी चाहिए। बाकी मैं तुहानू ये सारा देखो करंट अफेयर्स का मसला आ गया, ठीक है। एक्सटर्नल पॉलिसी इंडिया की की है, ठीक है। स्टेट ते नॉन स्टेट एक्टर्स की ने, स्टेट एक्टर्स ते नॉन स्टेट एक्टर्स। हुण नॉन स्टेट एक्टर्स विच टैररिज्म आ गया, टैररिस्ट आ गए, ठीक है। उस तो बाद नैक्सलिज्म आ गया, नैक्सलिस्ट आ गए, ठीक है। इंटरनल सिक्योरिटी, ठीक है। कम्युनिकेशन नैटवर्क्स विच जोड़ा है इंटरनेट आ गया, फेसबुक आ गया, ठीक है। मीडिया, रोल ऑफ मीडिया, रोल ऑफ सोशल नेटवर्किंग, व्हाट्सअप एंड ऑल दीज साइट्स, ठीक है। साइबर अटैक्स की होंगे ने, साइबर टैररिज्म भी होंगी है। अजकल साइबर टैररिज्म का ज़्यादा खतरा है। तो साइबर टैररिज्म शब्द का मतलब की है? ये टर्म्स सानू आउणियां चाहिए, दसांगे तुहानू। मनी लॉन्ड्रिंग की होंगी है, ठीक है। ये अजकल का हॉट टॉपिक है मनी लॉन्ड्रिंग। सरकार ने मनी लॉन्ड्रिंग एक्ट 2002 बनाया सी। 2002 ਦੇ ਵਿੱਚ सरकार ने, पुरानी सरकार ने मनी लॉन्ड्रिंग एक्ट बनाया सी। तो उस तो बाद वो लागू कदों होया सी? 2005 ਦੇ ਵਿੱਚ ਹੋਇਆ ਸੀ। सेम ऐसे मनी लॉन्ड्रिंग रोकने वास्ते नारकोटिक ड्रग्स एंड साइकोट्रोपिक सबसटेंसेस एक्ट, NDPS एक्ट है 1985 का, ये भी करना है, ठीक है। समगलिंग का मुद्दा क्यों गर्म है? पंजाब में समगलिंग कादी हो रही है? हीरोइन की हो रही है, चिट्टा, हीरोइन की है चिट्टे की समगलिंग। पंजाब नूं जान के बदनाम किया जा रहा सारे अपने वर्ल्ड में। पंजाब में वाकई चिट्टा विकदा कि नहीं विकदा, कि जान के हाइपर किया होया, एक हाइप बनाया होया, ज़्यादा बदनाम करने की कोशिश हो रही है कि पंजाब च नशा के पंजाब के जो नौजवानी है वो नशा की खाधी हुई है। सारे स्टेट्स ये नशे है, पंजाब नूं ही क्यों इन्ना अगे आप कर रहे हैं खबरों के। तो की पंजाब में वाकई चिट्टा या कोई किसी नशे का जोड़ा है ये कारोबार चलता है? की कारण है? कि पंजाबी यूथ नशा में ग्रस्त होया पिया? की कारण है कि पंजाबी यूथ बाहर जा रहा है? की कारण है पंजाबी यूथ नूं इत्थे नौकरियां क्यों नहीं मिल रही? वट इज द रीजन बिहाइंड ऑल दीज थिंग्स? तो द रीजन्स मे बी सोशल रीजन्स, इट मे बी पोलिटिकल रीजन्स, इट मे बी एनी इकोनॉमिक और एनी रीजन। For that you have to analyze the situation, you have to analyze the question, and you should be able to write your own expression and views in the answer paper. And that you can write only by practice. And this is the time for practice. Start reading your newspapers,
read every newspaper. Try to read every news. I mean, not every newspaper, but at least daily 1 or 2 newspapers. One for Punjabi and one for English. For Punjabi is Punjabi Tribune and for English it is The Tribune. तो 2 newspaper तुसी पढ़ने हैं. After reading the newspaper, you will be able to analyze the situation and try to write it down, jot it down. Writing is very necessary. It is very important to write because ਲਿਖਣ ਨਾਲ ਹੀ ਤੁਹਾਨੂੰ ਪਤਾ ਲੱਗੂਗਾ. ਠੀਕ ਹੈ. तो पंजाब ਦੇ ਬਾਰਡਰਸ ਹੁਸ਼ਿਆਰਪੁਰ ਹੈ, ਉੱਥੇ ਹੀਰੋਇਨ ਕਿਉਂ ਆ ਰਹੀ ਹੈ, ਉੱਥੇ ਚਿੱਟਾ ਕਿਉਂ ਆ ਰਿਹਾ ਹੈ, तो ਇਹ ਗੱਲ ਹੈ. ਹਾਲਾਂਕਿ ਪੋਲੀਟੀਕਲ ਕੁਐਸਚਨ ਹੈ, ਪਰ ਯੂ ਡੋਂਟ ਨੋ ਫਰੋਮ ਵੇਅਰ ਦ ਕੁਐਸਚਨ ਮੈਂ ਪੁੱਟ. ਠੀਕ ਹੈ. तो ਕੁਐਸਚਨ ਸੈਟਰ ਜਿਹੜਾ ਹੈਗਾ ਐਗਜ਼ਾਮੀਨਰ ਹੈ, ਉਹ ਕਿੰਨਾ ਮਰਜ਼ੀ ਕੁਐਸਚਨ ਪੁੱਟ ਕਰ ਸਕਦਾ ਹੈ. ਠੀਕ ਹੈ. ਸਿਕਿਉਰਿਟੀ ਫੋਰਸਿਸ ਬਾਰੇ ਪਤਾ ਹੋਣਾ ਚਾਹੀਦਾ, ਕਿਉਂਕਿ ਇਹ ਸਿਕਿਉਰਿਟੀ ਦਾ ਜਿਹੜਾ ਹੈ ਇਸ਼ੂਜ਼ ਰਿਲੇਟਡ ਟੂ ਇੰਡੀਅਨ ਸਿਕਿਉਰਿਟੀ ਹੈ, ਪੰਜਾਬ ਸਿਕਿਉਰਿਟੀ ਹੈ, ਸੈਕਸ਼ਨ 3 ਹੈ ਪੇਪਰ 6 ਦਾ. तो ਇਹਦੇ ਵਿੱਚ ਬਾਰਡਰ ਸਿਕਿਉਰਿਟੀ ਫੋਰਸ ਬਾਰੇ ਪਤਾ ਹੋਣਾ ਚਾਹੀਦਾ. ठीक है. करंट डेवलपमेंट्स की ने ਇਹਦੇ ਵਿੱਚ AFSPA ਪਤਾ ਹੈ ਕੀ ਹੁੰਦਾ AFSPA ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ. ਇਹ ਜਿਹੜੀ ਆਰਮੀ ਨੂੰ ਸਪੈਸ਼ਲ ਪਾਵਰਾਂ ਦਿੱਤੀਆਂ ਹੋਈਆਂ ਨੇ, ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ, ਇਹ ਜੰਮੂ ਕਸ਼ਮੀਰ ਵਿੱਚ ਉਹਨਾਂ ਨੂੰ ਸਪੈਸ਼ਲ ਪਾਵਰਸ ਮਿਲੀਆਂ ਹੋਈਆਂ ਨੇ. ਉਸ ਤੋਂ ਬਾਅਦ ਐਂਟੀ ਟੈਰਰਿਜ਼ਮ ਐਕਟ ਹੈ 2019, ਬੀਜੇਪੀ ਗਵਰਨਮੈਂਟ ਨੇ ਹੁਣੀ ਐਂਟੀ ਟੈਰਰਿਜ਼ਮ ਐਕਟ ਬਣਾਇਆ 2019. ਉਹਦੇ ਕੀ ਪ੍ਰੋਵੀਜ਼ਨਸ ਨੇ, ਇਹ 25 ਜੁਲਾਈ 2019 ਨੂੰ ਪਾਸ ਕੀਤਾ ਗਿਆ ਸੀ. ਫਿਰ UAPA ਦਾ ਕੀ ਮਤਲਬ ਹੈ, ਅਨਲॉफुल ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ 2019. ਠੀਕ ਹੈ. तो ਇਹ ਸਾਰੇ ਜਿਹੜੇ ਮੁੱਦੇ ਨੇ. ਇਸ ਤੋਂ ਬਾਅਦ ਆਪਾਂ ਕਰਾਂਗੇ ਪੇਪਰ 7. ਪੇਪਰ 7 ਵਿੱਚ ਸਾਇੰਸ ਐਂਡ ਟੈਕਨੋਲੋਜੀ ਹੈ. ਇਹ ਨੈਕਸਟ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ. ਥੈਂਕ ਯੂ ਵੈਰੀ ਮਚ ਬੇਟਾ, ਬੈਸਟ ਆਫ ਲੱਕ.